ਸਾਰਿਆਂ ਨੂੰ ਅੰਗਦ ਸਿੰਘ ਦੀ ਤਰਫੋਂ ਸਤਿ ਸ੍ਰੀ ਅਕਾਲ ਤੇ ਸਾਡੇ ਨਾਲ ਜੁੜਨ ਲਈ ਧੰਨਵਾਦ। ਇਸ ਐਪੀਸੋਡ ਵਿੱਚ ਆਪਾਂ ਤੁਹਾਡੇ ਪਿਆਰ ਦੀ ਵਜ੍ਹਾ ਨਾਲ ਔਰ ਅੱਗੇ ਗੱਲਾਂ ਕਰਦੇ ਰਹਾਂਗੇ ਤੇ ਅੱਜ ਪਵਨੀਤ ਕੌਰ ਜੀ ਤੇ ਮੈਂ ਮੌਰਟਗੇਜਸ ਦੇ ਬਾਰੇ ਡਿਸਕਸ਼ਨ ਕਰਾਂਗੇ। ਤੇ ਪਵਨੀਤ ਕੌਰ ਜੀ ਥੋੜਾ ਜਿਹਾ ਦੱਸਿਓ ਅੱਜ ਆਪਾਂ ਕਿਸ ਟੌਪਿਕ ਤੇ ਗੱਲ ਡਿਸਕਸ ਕਰਾਂਗੇ। ਬਿਲਕੁਲ, ਪਹਿਲਾਂ ਜਿਵੇਂ ਅਸੀਂ ਮੌਰਗੇਜਸ ਦੀ ਤਰਫ ਤੁਰਦੇ ਹਾਂ, ਪਹਿਲਾਂ ਤੇ ਬਹੁਤ ਧੰਨਵਾਦ ਤੇ ਨਵੇਂ ਸਾਲ ਚੜ੍ਹਦੇ ਦੀ ਸਾਡੇ ਸਾਰੇ ਸਰੋਤਿਆਂ ਨੂੰ ਲੱਖ ਲੱਖ ਵਧਾਈ। ਪੈਸੇ ਦਾ ਮਾਮਲਾ ਦੇ ਨਾਲ ਜੁੜਨ ਲਈ ਬਹੁਤ ਧੰਨਵਾਦ। ਅੱਜ ਆਪਾਂ ਗੱਲ ਕਰਾਂਗੇ ਟਾਈਪਸ ਆਫ ਮੌਰਗੇਜਸ, ਕਿਸ ਤਰ੍ਹਾਂ ਦੀਆਂ ਮੌਰਗੇਜਸ ਹੁੰਦੀਆਂ ਨੇ ਔਰ ਕਿਹੜੇ ਕਲਾਇੰਟ ਨੂੰ ਫਿੱਟ ਆਉਂਦੀ ਹੈ। ਤੇ ਪਵਨੀਤ ਜੀ ਕਿਸ ਤਰ੍ਹਾਂ ਦੀ ਮੌਰਗੇਜਸ ਹੁੰਦੇ ਨੇ ਪ੍ਰਾਇਮਰਲੀ? ਪਹਿਲਾ ਟੱਚ ਬੇਸ ਬਰੀਫਲੀ ਹੀ ਕਰਾਂਗੇ ਆਪਾਂ। ਪਹਿਲੀ ਤਰ੍ਹਾਂ ਦੀ ਮੌਰਗੇਜ ਹੁੰਦੀ ਹੈ ਜੀ ਹਾਈ ਰੇਸ਼ੀਓ ਮੌਰਗੇਜ। ਜਦ ਕਲਾਇੰਟ ਕੋਲ ਡਾਊਨ ਪੇਮੈਂਟ ਲੈਸ ਦੈਨ 20% ਹੁੰਦੀ ਹੈ ਤਦ ਉਸ ਕੇਸ ਵਿੱਚ ਉਹਨੂੰ ਹਾਈ ਰੇਸ਼ੀਓ ਮੌਰਗੇਜ ਕਿਹਾ ਜਾਂਦਾ ਹੈ। ਔਰ ਉਸ ਕੇਸ ਵਿੱਚ ਮੌਰਗੇਜ ਕੋਈ ਵੀ ਲੈਂਡਰ ਕਰੇ ਉਹਨੂੰ ਗਾਰੰਟੀਡ डिफॉल्ट इंश्योरेंस चाहिए होती है। कैनेडा विच होम इंश्योरेंस कंपनीज हैगियां ने, जिवें CMHC हो गई, जेनवर्थ हो गई, कैनेडा गारंटी हो गई। ਇਹ ਤਿੰਨ ਵੱਡੀਆਂ ਕੰਪਨੀਆਂ ਨੇ ਜਿਹੜੀ ਹਾਊਸਸ ਦੀ ਮੌਰਗੇਜਸ ਕਰਦੀਆਂ। ਉਹ ਪਿਕਚਰ ਹੀ ਤਾਂ ਆਉਂਦੀ ਹੈ ਜਦ ਕਲਾਇੰਟ ਕੋਲ 20% ਤੋਂ ਘੱਟ ਪੈਸਾ ਹੋਵੇ ਡਾਊਨ ਪੇਮੈਂਟ ਵਿੱਚ। ਉਸ ਤੋਂ ਬਾਅਦ ਦੂਜੀ ਤਰ੍ਹਾਂ ਦੀ ਹੁੰਦੀ ਹੈ ਲੋ ਰੇਸ਼ੀਓ ਮੌਰਗੇਜ। ਲੋ ਰੇਸ਼ੀਓ ਮੌਰਗੇਜ ਵਿੱਚ 20% ਤੋਂ ਜੇ ਵੱਧ ਤੁਸੀਂ ਪੈਸਾ ਦੇਣੀ ਹੈ ਤੇ ਤੁਹਾਨੂੰ ਮੌਰਗੇਜ ਇੰਸ਼ੋਰੈਂਸ ਲੈਣ ਦੀ ਲੋੜ ਨਹੀਂ ਪੈਂਦੀ ਹੈ, ਲੈਂਡਰ ਦੀ ਰਿਕੁਆਇਰਮੈਂਟ ਨਹੀਂ ਹੁੰਦੀ ਹੈ। ਡਿਫਰੈਂਸ ਇਹ ਹੁੰਦਾ ਹੈ ਕਿ ਜਦ ਕਲਾਇੰਟ ਨੇ 20% ਤੋਂ ਘੱਟ ਦਿੱਤਾ ਹੈ, the property is at risk, ਲੈਂਡਰ ਦੀ ਸੇਫਟੀ ਲਈ ਇੰਸ਼ੋਰੈਂਸ ਪਾਪਅਪ ਹੁੰਦੀ ਹੈ। ਜਦ 20% ਤੋਂ ਵੱਧ ਦਿੱਤਾ ਹੈ ਤਾਂ ਲੈਂਡਰਸ ਫੀਲ ਦੇ ਆਰ ਐਟ ਲੈਸ ਰਿਸਕ, ਇਸ ਕਰਕੇ ਇੰਸ਼ੋਰੈਂਸ ਪਾਪਅਪ ਨਹੀਂ। ਤੀਜੀ ਤਰ੍ਹਾਂ ਦੀ ਹੁੰਦੀ ਹੈ ਓਪਨ ਮੌਰਗੇਜ, ਜਿਹਦੇ ਵਿੱਚ ਤੁਸੀਂ ਕਿਸੇ ਵੀ ਵੇਲੇ ਕਲਾਇੰਟ ਆਪਣਾ ਪੈਸਾ ਜੇ ਆ ਗਿਆ ਤੇ ਮੋੜਨਾ ਚਾਹੇ ਤੇ ਮੋੜ ਸਕਦਾ ਵਿਦਆਊਟ ਪੈਨਲਟੀ। ਔਰ ਯੂਜੂਅਲੀ ਓਪਨ ਮੌਰਗੇਜਸ ਦਾ ਜਿਹੜਾ ਰੇਟ ਹੁੰਦਾ ਹੈ ਕਈ ਵਾਰੀ ਵੱਧ ਵੀ ਹੋ ਸਕਦਾ ਇੰਟਰਸਟ ਰੇਟ, ਕਿਉਂਕਿ ਉਹਦੇ ਵਿੱਚ ਪੈਨਲਟੀ ਨਹੀਂ ਹੁੰਦੀ ਹੈ। ਉਹ ਤਦ ਹੁੰਦਾ ਹੈ ਇਫ ਯੂ ਆਰ ਐਨ ਇਨਵੈਸਟਰ ਐਂਡ ਯੂ ਵਾਂਟ ਟੂ ਜਸਟ ਬਾਈ ਇਟ ਐਂਡ ਰਿਟਰਨ ਦ ਮਨੀ ਆਫਟਰ ਸੈਲਿੰਗ, ਉਸ ਕੇਸ ਵਿੱਚ ਓਪਨ ਮੌਰਗੇਜ ਚੱਲਦਾ। ਚੌਥੀ ਹੁੰਦੀ ਹੈ ਕਲੋਜ਼ ਮੌਰਗੇਜ, ਜਿਹਨੂੰ ਤੁਸੀਂ ਪ੍ਰੀਪੇ ਨਹੀਂ ਕਰ ਸਕਦੇ ਭਾਵੇਂ ਚਾਹੀਏ ਜੋ ਤੁਹਾਡੇ ਕੋਲ ਪੈਸੇ ਆ ਵੀ ਜਾਣ ਔਰ ਤੁਸੀਂ ਕਹੋ ਮੈਂ ਪ੍ਰੀਪੇ ਕਰਨੀ ਜਦ ਤੱਕ ਉਹਦੀ ਮੈਚੁਰਿਟੀ ਨਹੀਂ ਹੁੰਦੀ, ਕਿਉਂਕਿ ਕਲੋਜ਼ ਟਰਮ ਹੈ। ਇਸ ਤੋਂ ਬਾਅਦ ਆਉਂਦਾ ਜੀ ਫਿਕਸਡ ਰੇਟ ਮੌਰਗੇਜ। ਫਿਕਸ ਰੇਟ ਮੌਰਗੇਜ ਵਿੱਚ ਇੱਕ ਇੰਟਰਸਟ ਰੇਟ ਤੁਹਾਡਾ 5 ਸਾਲ ਦਾ ਟਰਮ ਹੈ, ਉਹੀ ਚੱਲੀ ਜਾਊਗਾ, ਇੰਟਰਸਟ ਰੇਟ ਬਦਲਣਾ ਨਹੀਂ ਤੁਹਾਡਾ। ਇਸ ਤੋਂ ਬਾਅਦ ਆਉਂਦਾ ਜੀ ਵੇਰੀਏਬਲ ਰੇਟ, ਜਿਹਦੇ ਵਿੱਚ ਜਿਵੇਂ ਹੁਣ ਕੋਵਿਡ ਦੇ ਦੌਰਾਨ ਕਈਆਂ ਦਾ ਵੇਰੀਏਬਲ ਰੇਟ ਜਿਹਨਾਂ ਦਾ ਸੀ ਉੱਤੇ ਥੱਲੇ ਜਾਂਦਾ ਹੈ। ਅਗਰ ਮਾਰਕੀਟ ਵਿੱਚ ਇੰਟਰਸਟ ਰੇਟ ਉੱਤੇ ਥੱਲੇ ਲੈਂਡਰਸ ਉਸ ਹਿਸਾਬ ਨਾਲ ਆਪਣਾ ਕਲਾਇੰਟ ਦਾ ਇੰਟਰਸਟ ਰੇਟ ਵੀ ਚੇਂਜ ਕਰਦੇ ਨੇ। ਹਰ ਮੰਥ ਤੁਹਾਡੀ ਕਿਸ਼ਤ ਚੇਂਜ ਹੋ ਸਕਦੀ ਹੈ, ਪ੍ਰਿੰਸੀਪਲ ਸੇਮ ਰਹਿੰਦਾ ਹੈ ਪਰ ਇੰਟਰਸਟ ਰੇਟ ਬਦਲ ਜਾਂਦਾ ਹੈ। So basically these are the types of mortgages. Usually combination ਵਿੱਚ ਗੱਲ ਕੀਤਾ ਜਾਏ ਤੇ clients ਲੈਂਦੇ ਨੇ closed plus fixed and open plus variable। ਇਹ ਦੋ ਅਲੱਗ-ਅਲੱਗ ਤਰ੍ਹਾਂ ਦੇ clients ਹੁੰਦੇ ਨੇ ਜਿਹੜੇ ਲੈਂਦੇ ਨੇ। ਫਿਕਸਡ ਔਰ ਕਲੋਜ਼ ਲੈਂਦੇ ਨੇ ਜਿਨ੍ਹਾਂ ਦਾ ਸਟੇਬਲ ਫਾਈਨਲ ਡੈਸਟੀਨੇਸ਼ਨ ਹੋਮ ਹੁੰਦਾ ਹੈ ਕਿ ਅਸੀਂ ਇੱਥੇ ਹੀ ਰਹਿਣਾ ਹੈ। ਜਿਨ੍ਹਾਂ ਨੇ ਪ੍ਰੋਪਰਟੀ ਸੈਲ ਕਰਨੀ ਹੁੰਦੀ ਹੈ ਉਹ ਓਪਨ ਮੌਰਗੇਜ ਦੇ ਨਾਲ ਵੇਰੀਏਬਲ ਲੈ ਲੈਂਦੇ ਨੇ। ਮੋਸਟਲੀ ਅਗਰ ਹਿਸਟਰੀ ਦੇਖੀ ਜਾਏ ਤੇ ਹਿਸਟਰੀ ਵਿੱਚ ਅੱਜ ਤੱਕ ਯੂਜੂਅਲੀ 2 ਸਾਲਾਂ ਦੇ ਅੰਦਰ ਕਲਾਇੰਟਸ ਆਪਣਾ ਘਰ ਵੇਚ ਦਿੰਦੇ ਨੇ। ਆਈ ਐਮ ਟਾਕਿੰਗ ਅਬਾਊਟ ਫਰਸਟ ਹੋਮ ਬਾਇਰ, ਬਿਕਾਜ਼ ਆਫ ਵਿਚ ਉਹਨਾਂ ਨੂੰ ਪੈਨਲਟੀਜ਼ ਪੇ ਕਰਨੀਆਂ ਪੈਂਦੀਆਂ। ਔਰ ਇਸੇ ਕਾਰਨ ਨਾਲ ਜਿੰਨੇ ਵੀ ਕਲਾਇੰਟ ਫਰਸਟ ਹੋਮ ਬਾਇਰਸ ਫਿਕਸਡ ਔਰ ਕਲੋਜ਼ ਲੈਂਦੇ ਨੇ ਔਰ ਅਗਰ ਉਹ ਲੌਂਗਰ ਟਰਮ ਵਿੱਚ ਲੈਂਦੇ ਨੇ ਉਹ ਫਾਇਦੇ ਵਿੱਚ ਨਹੀਂ ਰਹਿੰਦੇ। ਅਗਰ ਕਲਾਇੰਟ ਜਾਣਦਾ ਹੈ ਕਿ ਉਹਨੇ ਇਸ ਤੋਂ ਬਾਅਦ ਨਵਾਂ ਘਰ ਨਹੀਂ ਲੈਣਾ ਫਰਸਟ ਹੋਮ ਬਾਇਰ, then that is fine. If not, then it's not a viable option. Again, option change ਹੁੰਦੇ ਨੇ client ਦੇ requirement ਦੇ ਹਿਸਾਬ ਨਾਲ। ਹੁਣ ਆਪਾਂ ਗੱਲ ਕਰੀਏ ਇਹਦੇ ਵਿੱਚ ਹੋਰ ਵੀ bifurcation ਹੁੰਦੀ ਹੈ। bifurcation ਹੁੰਦੀ ਹੈ, ਇੱਕ ਹੁੰਦੇ ਨੇ working class salaried, ਜਿਨ੍ਹਾਂ ਦੀ ਇਨਕਮ T4 ਵਿੱਚ ਆਉਂਦੀ ਹੈ, notice of assessment ਵਿੱਚ ਆਉਂਦੀ ਹੈ, pay stub ਵਿੱਚ ਆਉਂਦੀ ਹੈ। ਇੱਕ ਹੁੰਦੇ ਨੇ self employed,
ਜਿਨ੍ਹਾਂ ਦੀ ਇਨਕਮ ਹੁੰਦੀ ਹੈ ਸਟੇਟਡ which is lesser, ਜਿੱਦਾਂ ਤੁਸੀਂ ਕਿਹਾ ਕਿ ਜਿਵੇਂ ਮੇਰੀ ਇਨਕਮ 50,000 ਹੈ, ਐਕਚੁਅਲੀ ਇਨਕਮ ਵੱਧ ਹੈ, ਉਸ ਕੇਸ ਵਿੱਚ ਉਹਨਾਂ ਨੂੰ ਇਨਕਮ ਸੈਲਫ ਐਮਪਲੋਇਡ ਨੂੰ ਮਿਲਣ ਵਿੱਚ ਪ੍ਰੋਬਲਮਸ ਆਉਂਦੀਆਂ ਨੇ। ਜਿਹੜੇ ਫਸਟ ਹੋਮ ਬਾਇਰ ਹੁੰਦੇ ਨੇ ਉਹਨਾਂ ਨੂੰ ਹੋਰ ਤਰ੍ਹਾਂ ਦੀਆਂ ਪ੍ਰੋਬਲਮਸ ਨੇ। ਪ੍ਰੋਬਲਮਸ ਇਦਾਂ ਆਉਂਦੀਆਂ ਕਿ ਜਿਵੇਂ ਅੱਜ ਦੀ ਡੇਟ ਵਿੱਚ ਪ੍ਰੋਪਰਟੀ ਦੇ ਰੇਟਸ ਕੈਨੇਡਾ ਸਪੈਸ਼ਲੀ ਇਨ ਟੋਰਾਂਟੋ, ਵੈਨਕੂਵਰ, ਮੌਂਟਰੀਅਲ, ਨੋਵਾ ਸਕੋਸ਼ੀਆ ਬਿਗ ਸਿਟੀਜ਼ ਇਜ਼ ਹਾਈ। ਡਾਊਨ ਪੇਮੈਂਟ ਦੇ ਪੈਸੇ ਹੀ ਨਹੀਂ ਹੁੰਦੇ ਤੇ ਉਹ ਕਿੱਧਰੋਂ ਅਰੇਂਜ ਕੀਤਾ ਜਾ ਸਕਦਾ, ਉਹਦੇ ਬਾਰੇ ਅਸੀਂ ਦੱਸ ਸਕਦੇ ਹਾਂ ਜ਼ਿਆਦਾ। ਮੈਨੂੰ ਪਰਮੀਤ ਕੌਰ ਨੂੰ ਕੰਟੈਕਟ ਕਰੋ at 6477025502। ਆਪਣੀ ਨੀਡਸ ਐਂਡ ਰਿਕੁਆਇਰਮੈਂਟ ਦੱਸੋ ਤੇ ਫਿਰ ਤੁਹਾਨੂੰ ਅਸੀਂ ਹੱਲ ਦੱਸ ਸਕਦੇ ਹਾਂ ਕਿ ਕਿੱਦਾਂ ਤੁਸੀਂ ਮਾਰਗੇजेस ਫਾਈਨਲਾਈਜ਼ ਕਰ ਸਕਦੇ ਹਾਂ। ਜੇ ਹੋਰ ਵੀ ਕੁਝ ਜਾਣਨਾ ਚਾਹੋ ਬਿਲਕੁਲ ਸਾਨੂੰ ਕੰਟੈਕਟ ਕਰ ਸਕਦੇ ਹੋ। ਅਵਨੀ ਜੀ ਇਹ ਤਾਂ ਬੜੀ ਚੰਗੀ ਇਨਫੋਰਮੇਸ਼ਨ ਸੀ, ਕਾਫੀ ਕੁਝ ਦੱਸ ਦਿੱਤਾ ਤੁਸੀਂ ਇਨ ਸਮਾਲ ਸਮਰੀ ਚ। ਜਿਹੜੇ ਸਾਰੇ ਸੁਣਦੇ ਪਏ ਨੇ ਭੈਣ ਭਰਾਵਾਂ ਲਿਸਨਰਸ ਦੀ ਤਰਫੋਂ ਇੱਕ ਕੁਐਸਚਨ ਹੈਗਾ ਕਿ ਜੇ ਕੋਈ ਫਰਸਟ ਟਾਈਮ ਹੋਮ ਬਾਇਰ ਹੈਗਾ ਤੇ ਤੁਸੀਂ ਗੱਲ ਕੀਤੀ ਕਲੋਜ਼ ਫਿਕਸ ਤੇ ਓਪਨ ਵੇਰੀਏਬਲ ਦੀ, ਤੇ ਉਹਨੂੰ ਜੇ ਡਿਸਾਈਡ ਕਰਨਾ ਹੈ ਤੇ ਕੀ ਚੀਜ਼ਾਂ ਔਰ ਤੇ ਕੀ ਫੈਕਟਰਸ ਉਹਨੂੰ ਕੰਸੀਡਰ ਕਰਨੇ ਚਾਹੀਦੇ ਨੇ ਬਿਫੋਰ ਮੇਕਿੰਗ ਦੈਟ ਡਿਸੀਜਨ ਫॉर हिम, ਯੂ نو ਹਿਮਸੈਲਫ অর ਹਰਸੈਲਫ। ਦੇਖੋ ਕੋਈ ਵੀ ਕਲਾਇੰਟ ਹੋ, ਟੋਟਲ 5 ਚੀਜ਼ਾਂ ਤੇ ਉਹਦਾ ਡਿਸੀਜਨ ਬੇਸ ਹੁੰਦਾ ਹੈ। ਪਹਿਲੇ ਹੁੰਦੀ ਹੈ ਜੀ ਕੈਪੈਸਿਟੀ, ਇਟ ਇਜ਼ ਕਾਲਡ ਕਲਾਇੰਟਸ ਕੈਪੈਸਿਟੀ ਟੂ ਰੀਪੇ ਦ ਲੋਨ। ਇਹਦਾ ਮਤਲਬ ਹੁੰਦਾ ਕਿ ਉਹਨੂੰ ਕਿੰਨੀ ਵੱਡੀ ਪ੍ਰਾਪਰਟੀ ਲੈਣੀ ਚਾਹੀਦੀ। ਜੇ ਤੁਹਾਡੀ ਇਨਕਮ ਸਾਰੀ ਸਾਲ ਦੀ 50,000 ਹੈ, ਤੁਸੀਂ $1 ਮਿਲੀਅਨ ਦਾ ਘਰ ਲੈ ਰਹੇ ਹੋ, ਆਬਵੀਅਸਲੀ ਤੁਸੀਂ ਰੀਪੇ ਨਹੀਂ ਕਰ ਸਕਦੇ, ਤੁਹਾਨੂੰ ਮਾਰਗੇਜ ਮਿਲਣੀ ਔਖੀ ਹੋ ਜਾਏ ਕਿਉਂਕਿ ਤੁਹਾਡਾ ਡੈਟ ਰੇਸ਼ੀਓ ਹਾਈ। ਸੈਕੰਡ ਹੁੰਦਾ ਹੈ ਕ੍ਰੈਡਿਟ ਰਿਪੋਰਟ, ਤੁਹਾਡੀ ਪੇਮੈਂਟ ਹਿਸਟਰੀ, ਤੁਹਾਡੀ ਲੈਂਥ ਆਫ ਹਿਸਟਰੀ ਹੁਣ ਕਿੰਨੀ ਪੁਰਾਣੀ ਹੈ, ਅਗਰ ਨਵੀਂ ਹੈ ਤੇ ਉਹਨੂੰ ਕਿਵੇਂ ਬਿਲਡ ਕਰਨਾ ਉਹਦੇ ਬਾਰੇ ਵੀ ਅਸੀਂ ਤੁਹਾਨੂੰ ਗਾਈਡ ਕਰਦੇ ਹਾਂ। ਤੀਜਾ ਹੈਗਾ ਕੈਪੀਟਲ, ਡਾਊਨ ਪੇਮੈਂਟ। ਹੁਣ ਆਬਵੀਅਸਲੀ ਤੁਹਾਡੇ ਕੋਲ ਡਾਊਨ ਪੇਮੈਂਟ 20% ਅੱਜ ਦੀ ਡੇਟ ਵਿੱਚ ਅਰੇਂਜ ਕਰਨਾ ਹੈ, ਇਵਨ ਵਿਦ ਪਰਸਨਲ ਸੇਵਿੰਗ ਇਜ਼ ਨਾਟ ਈਜ਼ੀ। ਸੋ ਫਸਟ ਹੋਮ ਬਾਇਰ ਨੂੰ ਹੋਰ ਵੀ ਬੜੇ ਤਰੀਕੇ ਨੇ, ਯਾਨੀ ਕਿ ਜਿਵੇਂ ਗਿਫਟਸ ਹੋ ਗਏ from back home country or from parents or family friends, line of credits ਹੋ ਗਿਆ, RSP ਹੋ ਗਿਆ, ਉਹ ਹੋਰ ਵੀ ਤਰੀਕੇ ਨੇ ਅਰੇਂਜ ਕਰਨ ਦੇ, that we guide on. The next one is collateral, property ਕਿੱਥੇ ਹੈ। This is a very big decision making process, as in lenders ਕੋਲ ਅਗਰ ਤੁਸੀਂ farm town ਲੋਗੇ ਉਹਨੂੰ ਕੋਈ lender lend नहीं करना चाहेगा, but if that property is in downtown area in Brampton or somewhere, obviously उसकी only resale value हैगी, only resale value करके lender lend करना चाहेंगे। ਇਹਦੇ ਵਿੱਚ ਹੋਰ ਵੀ ਫੈਕਟਰਸ ਹੁੰਦੇ ਨੇ ਜਿਵੇਂ ਯੂ نو ਹੀਟਿੰਗ ਕਿਧਰੋਂ ਹੈ, ਇਲੈਕਟ੍ਰਿਕ ਹੈ, ਔਰ ਸੈਪਟਿਕ ਟੈਂਕਸ ਨੇ ਕਿ ਵੈਲ ਵਾਟਰ ਹੈ, ਔਰ ਸਿਟੀ ਮਿਊਨਿਸਪੈਲਿਟੀ ਦੀ ਸਰਵਿਸਿਜ਼ ਨੇ। ਸੋ ਲੋਕੇਸ਼ਨ ਆਫ ਦਾ ਪ੍ਰਾਪਰਟੀ ਮੈਟਰ ਕਰਦੀ ਹੈ, which is called collateral. The last one is character, which is willingness to pay. ਇਹਦੇ ਵਿੱਚ ਆ ਜਾਂਦਾ employment stability. ਅਗਰ ਤੇ ਤੁਸੀਂ employed ਹੈ ਤੇ ਤੁਹਾਡੀ length of job minimum 1 year ਹੋਣੀ ਜ਼ਰੂਰੀ ਹੈ, even if you are new to Canada. ਉਸ ਤੋਂ ਪਹਿਲਾਂ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਹਾਡੀ back home ਦੀ ਸਾਨੂੰ ਹਿਸਟਰੀ ਦਿਖਾਣੀ ਪੈਣੀ ਹੈ, ਉਹ ਵੀ ਅਸੀਂ ਗਾਈਡ ਕਰਨੇ ਕਿ ਕਿਵੇਂ ਅਸੀਂ ਉਸ ਇਨਕਮ ਨੂੰ ਇੰਡੀਆ ਦੀ ਜਾਂ ਗਾਨਾ ਦੀ ਜਾਂ ਸਾਊਥ ਅਫਰੀਕਾ ਜਾਂ ਜਿਸ ਵੀ ਕੰਟਰੀ ਤੋਂ ਤੁਸੀਂ ਆਏ ਹੋ ਉਹਦੇ ਅਮਰੀਕਾ ਦੀ ਕਿੱਥੇ ਦੀ ਹਿਸਟਰੀ ਇਨਕਮ ਆ ਰਹੀ ਕਿਵੇਂ ਯੂਟਿਲਾਈਜ਼ ਕਰ ਸਕਦੇ ਹੋ ਉਹਦੇ ਬਾਰੇ ਗਾਈਡ ਕਰਦੇ। ਐਂਡ ਇਨ ਕੇਸ ਤੁਹਾਡਾ ਇੱਥੇ ਕ੍ਰੈਡਿਟ ਬਿਊਰੋ ਠੀਕ ਨਹੀਂ ਹੈਗਾ, ਉਹਨੂੰ ਰਿਪੇਅਰ ਕਿਵੇਂ ਕਰਨਾ, ਇੰਪਰੂਵ ਸਿਚੁਏਸ਼ਨ ਨੂੰ ਕਿਵੇਂ ਕਰਨਾ ਹੈ ਤਾਂ ਕਿ ਯੂ ਕੈਨ ਬਾਈ ਅ ਹੋਮ, ਉਹਦੇ ਬਾਰੇ ਗਾਈਡ ਕਰਦੇ। ਸੋ ਬੇਸਿਕਲੀ ਫਸਟ ਹੋਮ ਬਾਇਰ ਦੀ ਪੂਰੀ ਜਰਨੀ ਰਾਈਟ ਫਰਮ ਦ ਸਟਾਰਟ ਆਫ ਕ੍ਰੀਏਟਿੰਗ देयर क्रेडिट ਟੂ ਗੈਟਿੰਗ them in their home is what we do. ਅਮੇਜ਼ਿੰਗ ਮਤਲਬ ਜਿੰਨੀ ਸਮਰੀ ਤੁਸੀਂ ਦੱਸ ਦਿੱਤਾ ਹੈ ਕਿ ਯੂ نو ਆਪਣੀ ਅਫੋਰਡੇਬਿਲਿਟੀ, ਕੋਲੈਟਰਲ, ਕ੍ਰੈਡਿਟ ਸਕੋਰ, ਹਰ ਚੀਜ਼ ਵੇਖਣੀ ਪੈਂਦੀ ਹੈ ਬਿਫੋਰ ਯੂ ਪ੍ਰੋਸੀਡ ਵਿਦ ਦਿਸ, ਸਪੈਸ਼ਲੀ ਫॉर ਅ ਫਰਸਟ ਟਾਈਮ ਹੋਮ ਬਾਇਰ। ਤੇ ਸਾਡੇ ਮੋਸਟਲੀ ਲਿਸਨਰ ਸੈਲਫ ਐਮਪਲੋਇਡ ਹੈਗੇ ਨੇ, ਜਿਵੇਂ ਇਨਕੋਰਪੋਰੇਟਡ ਨੇ ਜਾਂ ਫਿਰ ਸੋਲ ਪ੍ਰੋਪਰਾਈਟਰ ਨੇ, ਤੇ ਉਹਨਾਂ ਦੇ ਵਾਸਤੇ ਤੁਸੀਂ ਉਹਨਾਂ ਦੇ ਨਾਲ ਲਾਈਕ ਉਹਨਾਂ ਨੂੰ ਕੀ ਚੀਜ਼ਾਂ ਤੇ ਐਡਵਾਈਸ ਕਰਦੇ ਹੋ? ਉਹਨਾਂ ਦਾ ਇਦਾਂ ਹੈ ਜੀ, ਪਹਿਲੀ ਗੱਲ ਤੇ ਜੇ ਤੇ ਤੁਹਾਡਾ ਟੈਕਸ ਫਾਈਲ ਨਹੀਂ ਹੈਗਾ ਤੇ ਉਹ ਟੈਕਸ ਫਾਈਲ ਹੋਏ ਬਿਨਾ ਮਾਰਗੇਜ ਨਹੀਂ ਹੋ, ਇਨਕਲੂਡਿੰਗ HST। ਉਹਦੇ ਡਾਕੂਮੈਂਟ ਅੱਜ ਦੀ ਡੇਟ ਵਿੱਚ ਲੈਂਡਰ ਮੰਗਦੇ ਨੇ, ਰਿਕੁਆਇਰਮੈਂਟਸ ਐਂਡ ਰੈਸਟ੍ਰਿਕਸ਼ਨਸ ਚੇਂਜ ਹੋ ਗਈਆਂ ਨੇ, HST ਫਾਈਲ ਦੀ ਕਾਪੀ ਮੰਗਦੇ ਨੇ। देयर शुड नॉट बी एनी टैक्स owing, basically is what lenders want to see.
ਉਸ ਤੋਂ ਬਾਅਦ ਜਿਹੜੀ ਡਾਕੂਮੈਂਟ ਚੈੱਕਲਿਸਟ ਹੁੰਦੀ ਹੈ ਉਹਦੇ ਵਿੱਚ ਹਿਸਟਰੀ ਚ ਹੋਰ ਵੀ ਦੇਖਿਆ ਜਾਂਦਾ ਹੈ ਕਿ ਬਈ ਬਿਜ਼ਨਸ ਦੀ ਰਨਿੰਗ ਇਨਕਮ ਆ ਰਹੀ ਹੈ ਆਰਟਿਕ ਬੇਸਿਕਲੀ 5 ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਬਿਜ਼ਨਸ ਦੀ ਆਰਟੀਕਲ ਆਫ ਇਨਕੋਰਪੋਰੇਸ਼ਨ ਹੋ ਗਏ ਨੋਟਿਸ ਆਫ ਇਨਵੈਸਟਮੈਂਟ 2 ਸਾਲਾਂ ਦੀ ਹੋ ਗਈ ਪ੍ਰੂਫ ਆਫ ਡਾਊਨ ਪੇਮੈਂਟ ਹੋ ਗਿਆ ਉਸ ਤੋਂ ਬਾਅਦ ਜਿਹੜੀ ਪ੍ਰਾਪਰਟੀ ਹੈ ਪ੍ਰਾਪਰਟੀ ਦੀ ਇਨਫੋਰਮੇਸ਼ਨ MLS ਹੈ ਜਾਂ ਪਰਚੇਜ਼ ਅਗਰੀਮੈਂਟ ਹੈ ਜੋ ਵੀ ਹੈ ਉਹ ਚਾਹੀਦਾ ਹੁੰਦਾ ਹੈ in case agar a lender through ho raha hai financials lagde ne depends again on your credit history some cases which financials 2 saal de mangde ne lenders some lenders don't again it depends on the situation property kithe hai agar thode kol ਹੋਰ ਇਨਕਮ ਹੈਗੇ ਸੋਰਸਸ ਹੈਗੇ ਨੇ ਜਾਂ ਐਸੈਟਸ ਹੈਗੇ ਨੇ ਤੇ ਉਹ ਐਸੈਟਸ ਵੀ ਅਸੀਂ ਪ੍ਰੂਵ ਕਰ ਸਕਦੇ ਹਾਂ ਬੇਸਡ ਔਨ ਫॉर एग्जांपल अगर ਆਪਾਂ ਟਰੱਕਾਂ ਵਾਲਿਆਂ ਦੀ ਗੱਲ ਕਰੀਏ ਉਹਨਾਂ ਕੋਲ ਟਰੈਕਟਰ ਹੈਗੇ ਨੇ 3-4 ਜਾਂ ਟਰਾਲੇ ਹੈਗੇ ਨੇ ट्रेलर ने उन्होंने वैल्यू लगा करके we can utilize that as an income also as an asset as well so there are multiple sources of income which we can prove to the lender to get you the mortgage amazing ਤੇ ਮੈਂ ਸਾਰੇ ਸਾਡੇ ਭੈਣ ਭਰਾਵਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਜਿਵੇਂ ਦੀ ਰੀਅਲ ਏਸਟੇਟ ਮਾਰਕੀਟ ਹੁੰਦੀ ਪਈ ਹੈ ਨਿਰਾਸ਼ ਮਤ ਹੋ ਟੈਨਸ਼ਨ ਨਾ ਲਿਓ ਤੁਸੀਂ ਪਵਨੀ ਜੀ ਦੇ ਨਾਲ ਗੱਲ ਕਰਿਓ ਐਂਡ ਸ਼ੀ ਵਿਲ ਹੈਲਪ ਯੂ ਫਿਗਰ ਆਊਟ ਐਂਡ ਵਰਕ ਵਿਦ ਯੂ ਐਸ ਟੂ ਕਿਵੇਂ ਤੁਸੀਂ ਆਪਣਾ ਪਹਿਲਾ ਘਰ ਲੈ ਸਕਦੇ ਹੋ ਬਿਲਕੁਲ ਜੀ ਜੇ ਤੁਹਾਨੂੰ ਮਦਦ ਚਾਹੀਦੀ ਹੈ ਪ੍ਰਾਪਰਟੀ ਸਿਲੈਕਟ ਕਰਨ ਵਿੱਚ ਵੀ ਉਹਦੇ ਵਿੱਚ ਵੀ ਸਾਡੀ ਟੀਮ ਪੂਰੀ ਹੈਗੀ ਹੈ ਵੀ ਹੈਵ ਰੀਅਲ ਏਸਟੇਟ ਟੀਮ ਐਸ ਵੈਲ ਵੀ ਕੈਨ ਹੈਲਪ ਯੂ ਵਿਦ ਦੈਟ ਕਿਉਂਕਿ ਇਹ ਤਾਂ ਹੁੰਦਾ ਹੈਗਾ ਜੀ ਕਿ ਅੱਜ ਦੀ ਡੇਟ ਵਿੱਚ ਕਈ ਲੋਕ ਨਿਊ ਪ੍ਰੋਪਰਟੀਜ਼ ਨਿਊ ਕੰਸਟਰਕਸ਼ਨ ਪ੍ਰੋਪਰਟੀ ਲੈ ਰਹੇ ਨੇ there's nothing wrong with it but ਉਹਦੇ ਵਿੱਚ ਕਈ ਵਾਰੀ ਅਗਰ ਤੁਸੀਂ ਫਰਸਟ ਹੋਮ ਬਾਇਰ ਹੋ ਨਿਊ ਪ੍ਰੋਪਰਟੀ ਲੈ ਰਹੇ ਹੋ ਇਟ ਕੈਨ ਬਿਕਮ ਚੈਲੰਜਿੰਗ ਇੱਕ ਤਾਂ ਤੁਸੀਂ ਮਾਰਕੀਟ ਵਿੱਚ ਨਵੀਂ ਚੀਜ਼ਾਂ ਸਿੱਖ ਰਹੇ ਹੋ ਤੇ ਨਾਲੇ ਪ੍ਰੋਪਰਟੀ ਨਿਊ ਲੈ ਰਹੇ ਹੋ ਤੇ ਉਹਦੇ ਵਿੱਚ ਨੌਲੇਜ ਨਹੀਂ ਹੁੰਦੀ ਤੇ ਖਾਸੇ ਲਾਸਸ ਹੋ ਜਾਂਦੇ ਨੇ ਸੋ ਇਟ ਇਜ਼ one meeting is a must before taking such a big decision ਕਿਉਂਕਿ it's a huge sum of money involved ਸੋ ਅਗੇਨ ਮੈਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਾਂਗੀ ਕਿ ਇੱਕ ਵਾਰ ਸਾਨੂੰ ਕੰਟੈਕਟ ਜ਼ਰੂਰ ਕਰਿਓ ਜੇ ਕੁਐਰੀ ਵੀ ਹੈ ਬਿਕੋਜ਼ ਇਟਸ ਅ ਨਾਨ ਆਬਲੀਗੇਟਰੀ ਕੋਰਸ ਸੋ ਯੂ ਡੋਨਟ ਲੂਜ਼ ਐਨੀਥਿੰਗ ਯੂ ਐਟਲੀਸਟ ਗੇਨ ਸਮ ਨੌਲੇਜ ਬਸ ਇਹੀ ਸਾਡੀ ਜਿਸਟ ਹੈ ਇਸ ਮਾਧਿਅਮ ਦੇ ਥਰੂ ਮਜ਼ਾ ਆ ਗਿਆ ਪਵਨੀਤ ਜੀ ਤੇ ਮੈਂ ਇੱਕ ਲਾਸਟ ਚੀਜ਼ ਐਡ ਕਰਨਾ ਚਾਹਾਂਗਾ ਆਪਣੀ ਤਰਫੋਂ ਵਾਂਸ ਅਗੇਨ ਸਾਰਿਆਂ ਨੂੰ ਧੰਨਵਾਦ ਤੇ ਨਵੇਂ ਸਾਲ ਦੀ ਮੁਬਾਰਕਾਂ ਤੇ ਪਵਨੀਤ ਜੀ ਨੂੰ ਰੀਚ ਆਊਟ ਕਰਨ ਲਈ 6477025502 ਤੇ ਕੰਟੈਕਟ ਕਰੀਏ ਜੇ ਉਹ ਨਹੀਂ ਤੇ ਸਾਨੂੰ ਕਮੈਂਟ ਕਰ ਸਕਦੇ ਆ ਈਮੇਲ ਕਰ ਸਕਦੇ ਆ ਜਿਹੜਾ ਤਰੀਕਾ ਤੁਹਾਨੂੰ ਕੰਫਰਟੇਬਲ ਲੱਗੇ ਰੀਚ ਆਊਟ ਟੂ ਅਸ ਆਸਕ ਅਸ ਐਨੀ ਕੁਐਸਚਨਸ ਯੂ ਵਾਂਟ ਬਿਲਕੁਲ ਜੀ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਪੈਸੇ ਦਾ ਮਾਮਲਾ ਦੀ ਟੀਮ ਦੀ ਤਰਫੋਂ ਨਵੇਂ ਸਾਲ ਦੀ ਲੱਖ ਵਧਾਈ ਥੈਂਕ ਯੂ ਸੋ ਮਚ